ਮੇਰੇ ਪਿਆਰੇ ਦੋਸਤੋ, ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਤੇ ਮਜ਼ੇਦਾਰ ਹੋਣ ਵਾਲੀ ਹੈ ਕਿਉਂਕਿ ਅੱਜ ਤੋਂ ਬਾਅਦ ਤੁਸੀਂ ਟੈਂਸ ਕਦੇ ਵੀ ਸਿੱਖੋਗੇ ਨਹੀਂ, ਹਮੇਸ਼ਾ ਸਾਰਿਆਂ ਨੂੰ ਸਿਖਾਇਆ ਕਰੋਗੇ। ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਮੇਰੇ ਨਾਲ ਇੱਕ ਛੋਟਾ ਜਿਹਾ ਤੇ ਪਿਆਰਾ ਜਿਹਾ ਪ੍ਰੋਮਿਸ ਕਰਨਾ ਪੈਣਾ ਹੈ ਕਿ ਤੁਸੀਂ ਇਹ ਵੀਡੀਓ ਐਂਡ ਤੱਕ ਦੇਖੋਗੇ ਤਾਂ ਹੀ ਤਾਂ ਤੁਸੀਂ ਟੈਂਸ ਦੇ ਅੰਦਰ ਮਾਹਿਰ ਹੋਵੋਗੇ। ਮੈਂ ਤੁਹਾਨੂੰ ਵਾਅਦਾ ਕਰਦੀ ਹਾਂ, ਅੱਜ ਤੋਂ ਬਾਅਦ ਤੁਹਾਨੂੰ ਟੈਂਸ ਕਦੇ ਦੁਬਾਰਾ ਸਿੱਖਣ ਦੀ ਜ਼ਰੂਰਤ ਪਊਗੀ ਹੀ ਨਹੀਂ। ਮੈਨੂੰ ਬਿਲਕੁਲ ਵੀ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਇਹ ਜਾਣਨ ਦੀ ਜ਼ਰੂਰਤ ਹੈ ਕਿ ਟੈਂਸ ਆਖਿਰ ਹੁੰਦੇ ਕੀ ਨੇ। ਟੈਂਸਿਸ ਹੀ ਤਾਂ ਉਹ ਬਲਾ ਹੈਗੀ ਹੈ ਜਿਸ ਦੇ ਨਾਲ ਇੰਗਲਿਸ਼ ਸਿੱਖਣ ਤੋਂ ਪਹਿਲਾਂ ਹੀ ਸਾਡੀ ਇੰਗਲਿਸ਼ ਦੀ ਕਲਾਸ ਖਤਮ ਹੋ ਜਾਂਦੀ ਹੈ, ਕਿਉਂਕਿ ਟੈਂਸ ਨੇ ਸਾਨੂੰ ਭੰਬਲ ਭੂਸਿਆਂ 'ਚ ਪਾ ਰੱਖਿਆ ਹੈ। ਆਜੋ ਬਸ ਫਿਰ ਹੁਣ ਛੇਤੀ ਟੈਂਸਿਸ ਨੂੰ ਅੱਜ ਅਸੀਂ ਦੱਸ ਹੀ ਦੇਣਾ ਕਿ ਹੁਣ ਨਹੀਂ ਅਸੀਂ ਤੁਹਾਨੂੰ ਟਿਕਣ ਦਿੰਦੇ, ਕਿਉਂਕਿ ਅੱਜ ਤਾਂ ਅਸੀਂ ਟੈਂਸਿਸ ਦਾ ਕੰਡਾ ਕੱਢ ਹੀ ਦੇਣਾ। ਟੈਂਸਿਸ ਦਾ ਮਤਲਬ ਇਹੀ ਹੈ ਕਿ ਕੋਈ ਵੀ ਕੰਮ ਕਿਹੜੇ ਟਾਈਮ ਦੇ ਉੱਤੇ ਮਤਲਬ ਕਿਹੜੇ ਸਮੇਂ ਦੇ ਅੰਦਰ ਹੋ ਰਿਹਾ ਸੀ ਜਾਂ ਹੋ ਰਿਹਾ ਹੈ ਜਾਂ ਹੋਵੇਗਾ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਟੈਂਸਿਸ ਦਾ ਦੂਸਰਾ ਮਤਲਬ ਹੈ ਟਾਈਮ। ਟੈਂਸਿਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਕਦੋਂ ਮੈਂ ਤੁਹਾਡੇ ਨਾਲ ਲੜਾਈ ਕਰਦੀ ਸੀ, ਕਦੋਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ ਤੇ ਕਦੋਂ ਮੈਂ ਤੁਹਾਡੇ ਨਾਲ ਘੁੰਮਣ ਜਾਊਂਗੀ। ਹੁਣ ਮੈਂ ਤੁਹਾਨੂੰ ਉਹ ਗੱਲ ਦੱਸੂੰਗੀ ਜਿਹੜੀ ਅੱਜ ਤੱਕ ਤੁਹਾਨੂੰ ਕਦੇ ਕਿਸੇ ਨੇ ਨਹੀਂ ਦੱਸੀ ਹੋਣੀ। ਟੈਂਸਿਸ ਦਾ ਮਤਲਬ ਸਿਰਫ ਟਾਈਮ ਨਹੀਂ ਹੁੰਦਾ। ਟੈਂਸਿਸ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਕੋਈ ਵੀ ਕੰਮ ਕਿੰਨਾ ਜ਼ਿਆਦਾ ਜਾਂ ਕਿੰਨਾ ਥੋੜਾ ਜਾਂ ਪੂਰਾ ਜਾਂ ਅੱਧਾ ਕਿੰਨਾ ਕੁ ਹੋ ਗਿਆ ਹੈ। ਹੁਣ ਆ ਗਈ ਬਈ ਸਾਡੀ ਜ਼ਿੰਦਗੀ ਪਰ ਲੜ ਬੰਨ ਲੈਣ ਵਾਲੀ ਗੱਲ। ਤੇ ਅੱਜ ਤੋਂ ਬਾਅਦ ਜਦ ਤੁਹਾਨੂੰ ਕੋਈ ਵੀ ਪੁੱਛੇ ਕਿ ਟੈਂਸ ਦਾ ਮਤਲਬ ਕੀ ਹੁੰਦਾ ਹੈ ਤੇ ਬਈ ਭੁੱਲ ਕੇ ਵੀ ਆਹ ਨਾ ਕਹਿ ਦਿਓ ਕਿ ਟੈਂਸਿਸ ਦਾ ਮਤਲਬ ਟਾਈਮ ਹੁੰਦਾ ਹੈ। ਨਾ ਜੀ ਨਾ, ਬਿਲਕੁਲ ਵੀ ਨਹੀਂ। ਟੈਂਸਿਸ ਦਾ ਮਤਲਬ ਹੁੰਦਾ ਹੈ ਕੋਈ ਵੀ ਕੰਮ ਜੋ ਇਹ ਦੱਸ ਰਿਹਾ ਹੋਵੇ ਕਿ ਉਹ ਕਿਸ ਵਕਤ ਤੇ ਹੋਇਆ ਸੀ ਤੇ ਕਿੰਨਾ ਕੁ ਹੋਇਆ ਸੀ, ਜਾਂ ਫਿਰ ਕਿੰਨਾ ਕੁ ਕੰਮ ਹੋ ਰਿਹਾ ਹੈ ਤੇ ਕਿੰਨਾ ਕੁ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਵੇਗਾ। ਹੁਣ ਵੇਲਾ ਹੋ ਗਿਆ ਕਾਪੀ ਪੈਨ ਚੱਕਣ ਦਾ। ਹੁਣ ਏਦਾਂ ਕਰੋ, ਇੱਕ ਸੋਹਣੀ ਜਿਹੀ ਕਾਪੀ ਚੱਕ ਲਿਆਓ ਤੇ ਵਧੀਆ ਜਿਹਾ ਪੈਨ ਲਿਆਓ, ਪੈਨਸਿਲ ਵੀ ਚੱਲੂਗੀ। ਉਹ ਕੀ ਹੈ ਨਾ, ਸਿਆਣੇ ਕਹਿੰਦੇ ਨੇ ਕੋਈ ਵੀ ਗੱਲ ਜ਼ਿੰਦਗੀ ਭਰ ਲਈ ਯਾਦ ਰੱਖਣੀ ਹੋਵੇ ਨਾ ਤਾਂ ਉਹਨੂੰ ਕਾਗਜ਼ ਦੇ ਉੱਤੇ ਲਿਖ ਲੈਣਾ ਚਾਹੀਦਾ ਹੈ। ਹੁਣ ਅੱਜ ਅਸੀਂ ਆਪਣੇ ਪਹਿਲੇ ਐਗਜ਼ਾਮਪਲ ਦੇ ਨਾਲ ਸ਼ੁਰੂ ਕਰਦੇ ਹਾਂ। ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ, ਮਤਲਬ ਅਸੀਂ ਇਸ ਵੇਲੇ ਦੀ ਗੱਲ ਕਰ ਰਹੇ ਹਾਂ, ਬਿਲਕੁਲ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹਾਂ। ਤੇ ਅਸੀਂ ਕੰਮ ਕੀ ਕਰ ਰਹੇ ਹਾਂ? ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ। ਟੈਂਸਿਸ ਗ੍ਰਾਮਰ ਦੇ ਉਹ ਰੂਲ ਨੇ ਜਿਨ੍ਹਾਂ ਦੇ ਨਾਲ ਪਤਾ ਲੱਗਦਾ ਹੈ ਕਿ ਕੋਈ ਵੀ ਕੰਮ ਜਾਂ ਵਰਬ ਜਾਂ ਫਿਰ ਕਿਰਿਆ ਕਿਹੜੇ ਟਾਈਮ ਦੇ ਵਿੱਚ ਹੋਇਆ ਸੀਗਾ ਤੇ ਕਿੰਨਾ ਕੁ ਹੋਇਆ ਸੀਗਾ। ਬਿਲਕੁਲ ਵੀ ਕਨਫਿਊਜ਼ ਨਾ ਹੋ ਜਾਇਓ ਇੱਥੇ ਕਿ ਵਰਬ ਦਾ ਮਤਲਬ ਕੀ ਹੁੰਦਾ ਹੈ। ਵਰਬ ਦਾ ਮਤਲਬ ਕਿਰਿਆ ਹੁੰਦਾ ਹੈ। ਅੱਜ ਤੱਕ ਸਾਨੂੰ ਪੰਜਾਬੀ ਵਿਆਕਰਣ ਦੇ ਵਿੱਚ ਇਹੀ ਸਿਖਾਇਆ ਗਿਆ ਹੈ ਨਾ, ਪਰ ਕਿਰਿਆ ਦਾ ਦੇਸੀ ਭਾਸ਼ਾ ਦੇ ਵਿੱਚ ਮਤਲਬ ਹੁੰਦਾ ਹੈ ਕੋਈ ਵੀ ਕੰਮ, ਯਾਨੀ ਕਿ ਵਰਕ। ਪਿਆਰੇ ਦੋਸਤੋ, ਹੁਣ ਆਹ ਦੋ ਗੱਲਾਂ ਤਾਂ ਸਾਰੀ ਜ਼ਿੰਦਗੀ ਦੇ ਲਈ ਯਾਦ ਰੱਖ ਲਿਓ। ਜਦ ਵੀ ਕਦੇ ਟੈਂਸਿਸ ਦੀ ਗੱਲ ਛਿੜੇ ਤਾਂ ਦੋ ਹੀ ਗੱਲਾਂ ਦਿਮਾਗ ਵਿੱਚ ਠਾ ਕਰਕੇ ਵੱਜ ਜਾਣੀਆਂ ਚਾਹੀਦੀਆਂ ਨੇ ਕਿ ਕਿਹੜਾ ਕੰਮ ਕਿਹੜੇ ਟਾਈਮ ਤੇ ਕਿੰਨਾ ਕੁ ਹੋ ਚੁੱਕਿਆ ਸੀ ਜਾਂ ਹੋ ਰਿਹਾ ਹੈ, ਜਾਂ ਕਦੋਂ ਕਿੰਨਾ ਕੁ ਕੰਮ ਹੋ ਜਾਵੇਗਾ। ਹੁਣ ਬਸ ਇਹਨਾਂ ਦੋ ਚੀਜ਼ਾਂ ਦੇ ਨਾਲ, ਟਾਈਮ ਤੇ ਵਰਕ ਦੇ ਨਾਲ, ਅਸੀਂ ਸਾਰੇ ਟੈਂਸਿਸ ਦੇ ਰੂਲ ਬਣਾ ਦੇਣੇ ਨੇ। ਨਾ, ਰੱਟਾ ਮਾਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਰੱਟਾ ਤਾਂ ਅਸੀਂ ਨਿੱਕੇ ਹੁੰਦੇ ਤੋਂ ਮਾਰਦੇ ਆ ਰਹੇ ਹਾਂ, ਗੱਲ ਬਣੀ ਨਹੀਂ ਕੋਈ। ਹੁਣ ਇਹ ਦੱਸੋ ਕਿ ਟਾਈਮ ਕਿੰਨੇ ਤਰੀਕੇ ਦਾ ਹੁੰਦਾ ਹੈ? ਭਈ ਮੇਰਾ ਤਾਂ ਖਿਆਲ ਹੈ ਟਾਈਮ ਸਿਰਫ 3 ਹੀ ਤਰੀਕਿਆਂ ਦਾ ਹੁੰਦਾ ਹੈ, ਪ੍ਰੈਜ਼ੈਂਟ, ਪਾਸਟ ਤੇ ਫਿਊਚਰ। ਹੁਣ ਅਸਲ ਮੁੱਦੇ ਦੀ ਗੱਲ, ਜਿੱਥੇ ਸਾਰੇ ਟੈਂਸਿਸ ਦਾ ਰਾਜ਼ ਛੁਪਿਆ ਹੋਇਆ ਹੈ। ਕੀ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਵਰਕ ਕਿੰਨੇ ਤਰੀਕਿਆਂ ਦਾ ਹੁੰਦਾ ਹੈ? ਅੱਜ ਤੁਹਾਡੀ ਸਾਰੀ ਕਨਫਿਊਜ਼ਨ ਦੂਰ ਹੋ ਜਾਣੀ ਹੈ। ਜਿਸ ਤਰੀਕੇ ਦੇ ਨਾਲ ਟਾਈਮ ਅਲੱਗ-ਅਲੱਗ ਹੁੰਦਾ ਹੈ, ਹਾਂ ਮੇਰੇ ਦੋਸਤੋ, ਵਰਕ ਦੇ ਵੀ ਟਾਈਪ ਹੁੰਦੇ ਨੇ। ਪਹਿਲਾ ਟਾਈਪ ਹੋ ਗਿਆ ਕੰਟੀਨਿਊਅਸ। ਕੰਟੀਨਿਊਅਸ ਮਤਲਬ ਕੋਈ ਵੀ ਕੰਮ ਇਸ ਵੇਲੇ ਚੱਲ ਰਿਹਾ ਹੈ, ਜਿਵੇਂ ਕਿ ਕੰਸਟਰਕਸ਼ਨ ਚੱਲ ਰਹੀ ਹੈ। ਦੂਸਰਾ ਟਾਈਪ ਹੁੰਦਾ ਹੈ ਪਰਫੈਕਟ। ਪਰਫੈਕਟ ਮਤਲਬ ਐਨ ਬਿਲਕੁਲ ਟੌਪੋ ਟੌਪ ਕੰਮ ਹੋਇਆ ਪਿਆ, ਮਤਲਬ ਕਿ ਉਸ ਕੰਮ ਦੇ ਅੰਦਰ ਇਸ ਵੇਲੇ ਕੋਈ ਵੀ ਕੰਮ ਬਾਕੀ ਬਚਿਆ ਹੀ ਨਹੀਂ,
ਕੰਮ ਬਿਲਕੁਲ ਪਰਫੈਕਟਲੀ ਖਤਮ ਹੋ ਚੁੱਕਿਆ ਹੈ। ਇਸ ਤੋਂ ਬਾਅਦ ਆ ਗਿਆ ਵਰਕ ਦਾ ਤੀਸਰਾ ਟਾਈਪ ਹੈਗਾ ਹੈ ਇਨਡੈਫੀਨੇਟ। ਇਨਡੈਫੀਨੇਟ ਥੋੜਾ ਜਿਹਾ ਔਖਾ ਵਰਡ ਲੱਗਦਾ ਹੈ, ਪਰ ਇਨਡੈਫੀਨੇਟ ਦਾ ਮਤਲਬ ਬਹੁਤ ਹੀ ਈਜ਼ੀ ਹੈ। ਡੈਫੀਨੇਟ ਮਤਲਬ ਪੂਰਾ ਪੱਕਾ ਪਤਾ ਹੋਣਾ, ਇਨਡੈਫੀਨੇਟ ਮਤਲਬ ਮੈਨੂੰ ਹਜੇ ਕੁਝ ਨਹੀਂ ਪਤਾ। ਹੁਣ ਆ ਗਿਆ ਸਾਡਾ ਆਖਰੀ ਵਰਕ। ਆਖਰੀ ਵੀ ਹੈ ਤੇ ਥੋੜਾ ਜਿਹਾ ਫਿਜ਼ੂਲ ਵੀ ਹੈ। ਇਸ ਟੈਂਸ ਦਾ ਕੋਈ ਵੀ ਕੰਮ ਨਹੀਂ ਹੈਗਾ, ਪਰ ਫਿਰ ਵੀ ਪੜ੍ਹਨਾ ਤਾਂ ਪੈਣਾ ਹੀ ਹੈ। ਨਾਮ ਇਸ ਦਾ ਹੈਗਾ ਹੈ ਪਰਫੈਕਟ ਕੰਟੀਨਿਊਅਸ। ਇਦਾਂ ਜਿਹਾ ਵੈਸੇ ਕੋਈ ਕੰਮ ਹੁੰਦਾ ਨਹੀਂ ਹੈ, ਪਰ ਫਿਰ ਵੀ ਹੁਣ ਗ੍ਰਾਮਰ ਨੇ ਬਣਾਇਆ ਹੈ ਤੇ ਸਾਨੂੰ ਪੜ੍ਹਨਾ ਤਾਂ ਪੈਣਾ ਹੀ ਹੈ। ਪਿਆਰੇ ਦੋਸਤੋ, ਹੁਣ ਅਸੀਂ ਟਾਈਮ ਤੇ ਵਰਕ ਨੂੰ ਆਪਸ ਦੇ ਵਿੱਚ ਕੰਬਾਈਨ ਕਰ ਦਿੰਨੇ ਆ ਤੇ ਦੇਖਦੇ ਆ ਆਖਿਰਕਾਰ ਇਹ ਮਰ ਜਾਣੇ ਟੈਂਸ ਹੈਗੇ ਕਿੰਨੇ ਕੁ ਟਾਈਪ ਦੇ ਨੇ। ਦੁਸ਼ਮਣ ਦੇ ਅੰਦਰ ਆਖਿਰਕਾਰ ਜ਼ੋਰ ਕਿੰਨਾ ਹੈਗਾ ਹੈ, ਇਸ ਗੱਲ ਦਾ ਅੰਦਾਜ਼ਾ ਸਾਨੂੰ ਹੋਣਾ ਚਾਹੀਦਾ ਹੈ। ਤਾਂ ਹੀ ਤਾਂ ਅਸੀਂ ਆਪਣੀ ਜ਼ਬਰਦਸਤ ਤਿਆਰੀ ਦੇ ਨਾਲ ਦੁਸ਼ਮਣ ਨੂੰ ਹਰਾ ਸਕਦੇ ਹਾਂ। ਜਿੰਨੇ ਵੀ ਟਾਈਪ ਦੇ ਵਰਕ ਸੀਗੇ ਨਾ ਸਾਡੇ, ਇਨਡੈਫੀਨੇਟ, ਕੰਟੀਨਿਊਅਸ, ਪਰਫੈਕਟ ਤੇ ਪਰਫੈਕਟ ਕੰਟੀਨਿਊਅਸ, ਜ਼ਿਆਦਾ ਕੋਈ ਕੰਮ ਨਹੀਂ ਕਰਨਾ ਅਸੀਂ, ਬਸ ਸਾਰਿਆਂ ਦੇ ਨਾਲ ਅੱਗੇ ਟਾਈਮ ਲਗਾ ਦੇਣਾ ਹੈ। ਮਤਲਬ ਕਿ ਜਾਂ ਪ੍ਰੈਜ਼ੈਂਟ ਜਾਂ ਫਿਊਚਰ ਜਾਂ ਫਿਰ ਪਾਸਟ। ਹਾਏ ਸਮਰੀਰ, ਕੁਰਬਾਨ ਜਾਵਾਂ ਮੈਂ ਤਾਂ ਤੇਰੇ ਤੇ। ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰੀ ਬਿਨਾਂ ਰੱਟਾ ਮਾਰੇ ਪਤਾ ਲੱਗ ਗਿਆ ਕਿ 12 ਹੀ ਤਰੀਕੇ ਦੇ ਟੈਂਸ ਹੁੰਦੇ ਨੇ। ਇਹਨਾਂ ਕੋਲੋਂ ਹੁਣ ਮੈਂ ਨਹੀਂ ਡਰਦੀ। ਅੱਜ ਤਾਂ ਐਵੇਂ ਲੱਗ ਰਿਹਾ ਹੈ ਜਿਵੇਂ ਕਿਸੇ ਦੱਬੇ ਹੋਏ ਖਜ਼ਾਨੇ ਦੀ ਚਾਬੀ ਲੱਭ ਗਈ ਹੁੰਦੀ ਹੈ। ਹੁਣ ਉਹ ਟਾਈਮ ਆ ਗਿਆ ਜਦੋਂ ਇੰਗਲਿਸ਼ ਦੀ ਕਲਾਸ ਵਿੱਚ ਬੈਠੇ ਨੀਂਦ ਆਉਣ ਲੱਗ ਜਾਂਦੀ ਸੀਗੀ। ਪਰ ਦੇਖੋ ਬਈ ਮੇਰੇ ਪਿਆਰੇ ਦੋਸਤੋ, ਜਿਹੜਾ ਹੁਣ ਸੌਂ ਗਿਆ ਨਾ, ਉਹਨੂੰ ਟੈਂਸਿਸ ਕਦੇ ਵੀ ਸਮਝ ਨਹੀਂ ਲੱਗਣੇ, ਕਿਉਂਕਿ ਹੁਣ ਮੈਨੂੰ ਚਾਹੀਦੀ ਹੈ ਤੁਹਾਡੀ ਪੂਰੀ ਕਨਸੈਂਟਰੇਸ਼ਨ। ਜਾਨ ਲਗਾ ਦਿਓ ਜਿੰਨੀ ਵੀ ਤੁਹਾਡੇ ਅੰਦਰ ਹੈਗੀ ਹੈ, ਕਿਉਂਕਿ ਹੁਣ ਮੈਂ ਤੁਹਾਨੂੰ ਇਹ ਦੱਸਣ ਲੱਗੀ ਹਾਂ ਕਿ ਹਰੇਕ ਟੈਂਸ ਦੀ ਪਛਾਣ ਕਿਵੇਂ ਕਰਨੀ ਹੈ। ਇੱਥੇ ਰੋਲ ਪਲੇ ਕਰਦੇ ਨੇ ਸਾਡੇ ਪਿਆਰੇ ਹੈਲਪਿੰਗ ਵਰਬਸ। ਹੈਲਪਿੰਗ ਵਰਬਸ ਪ੍ਰੈਜ਼ੈਂਟ ਦੇ ਅੰਦਰ ਅਲੱਗ ਹੁੰਦੇ ਨੇ, ਪਾਸਟ ਦੇ ਅੰਦਰ ਅਲੱਗ ਹੁੰਦੇ ਨੇ ਤੇ ਫਿਊਚਰ ਦੇ ਬਿਲਕੁਲ ਅਲੱਗ ਹੁੰਦੇ ਨੇ। ਪ੍ਰੈਜ਼ੈਂਟ ਦੇ ਹੈਲਪਿੰਗ ਵਰਬਸ ਨੇ do, does, is, am, are, has, have। ਪਾਸਟ ਦੇ ਅੰਦਰ ਹੈਗੇ ਨੇ did, was, were ਤੇ had। ਤੇ ਫਿਊਚਰ ਤੇ ਬੜਾ ਹੀ ਸੌਖਾ ਹੈ, will ਜਾਂ ਫਿਰ shall, will, shall। ਹੁਣ ਸਾਨੂੰ ਲਾਈਫ ਦੇ ਅੰਦਰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਹਮੇਸ਼ਾ ਇਹ ਪਤਾ ਲੱਗ ਜਾਊਗਾ ਕਿ ਜੇ ਕਿਸੇ ਸੈਂਟੈਂਸ ਦੇ ਅੰਦਰ do, does, is, am, are, has, have ਹੈਗਾ ਹੈ ਤੇ ਉੱਥੇ ਪ੍ਰੈਜ਼ੈਂਟ ਟੈਂਸ ਦੀ ਗੱਲ ਹੋ ਰਹੀ ਹੈ। ਮਤਲਬ ਟਾਈਮ ਜਿਹੜਾ ਹੈ ਉਹ ਹੁਣ ਦਾ ਹੈਗਾ ਹੈ। ਤੇ ਜੇ ਕਿਸੇ ਸੈਂਟੈਂਸ ਦੇ ਅੰਦਰ did, had, was, were ਇਹ ਲੱਗੇ ਹੋਣਗੇ ਤੇ ਟਾਈਮ ਜਿਹੜਾ ਹੈ ਉਹ ਪਾਸਟ ਦਾ ਹੈਗਾ ਹੈ, ਮਤਲਬ ਸਮਾਂ ਬੀਤ ਚੁੱਕਿਆ ਹੈ। ਤੇ ਜੇਕਰ ਕਿਸੇ ਸੈਂਟੈਂਸ ਦੇ ਅੰਦਰ will, shall ਲੱਗੇ ਹੋਣਗੇ, ਇਸ ਦਾ ਮਤਲਬ ਆਉਣ ਵਾਲੇ ਸਮੇਂ ਦੀ ਗੱਲ ਹੋ ਰਹੀ ਹੈ, ਮਤਲਬ ਫਿਊਚਰ ਦੀ ਗੱਲ ਕੀਤੀ ਜਾ ਰਹੀ ਹੈ। ਹੈਲਪਿੰਗ ਵਰਬਸ ਹੋਰ ਵੀ ਬਹੁਤ ਸਾਰੇ ਹੁੰਦੇ ਨੇ, ਪਰ ਉਹਨਾਂ ਦੇ ਬਾਰੇ ਅਸੀਂ ਉਦੋਂ ਪੜਾਂਗੇ ਜਦੋਂ ਸਾਡੇ ਟੈਂਸਸ ਪੱਕੇ ਹੋ ਗਏ। ਹੁਣ ਮੈਨੂੰ ਇੱਕ ਗੱਲ ਦੱਸੋ ਮੇਰੇ ਪਿਆਰੇ ਦੋਸਤੋ, ਕੀ ਤੁਸੀਂ ਕਿਸੇ ਵੀ ਸੈਂਟੈਂਸ ਦੇ ਅੰਦਰ ਹੈਲਪਿੰਗ ਵਰਬ ਨੂੰ ਦੇਖ ਕੇ ਕੀ ਇਹ ਦੱਸ ਪਾਓਗੇ ਕਿ ਇਹ ਸੈਂਟੈਂਸ ਪਾਸਟ ਹੈ, ਫਿਊਚਰ ਹੈ ਜਾਂ ਫਿਰ ਪ੍ਰੈਜ਼ੈਂਟ ਹੈ? ਜੇਕਰ ਤੁਹਾਨੂੰ ਇੱਥੋਂ ਤੱਕ ਸਾਰੀ ਗੱਲ ਸਮਝ ਲੱਗ ਗਈ ਹੈ ਤੇ ਮੈਨੂੰ ਪੱਕਾ ਯਕੀਨ ਹੈ ਕਿ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਾਸ਼ ਕੋਈ ਟ੍ਰਿਕ ਇਹੋ ਜਿਹੀ ਹੋਵੇ ਜੋ ਕਿ ਵਰਕ ਦੇ ਉੱਤੇ ਵੀ ਅਪਲਾਈ ਹੋ ਸਕਦੀ ਹੁੰਦੀ। ਗੁੱਡ ਨਿਊਜ਼ ਹੈਗੀ ਹੈ ਮੇਰੇ ਕੋਲ ਇੱਕ ਤੁਹਾਡੇ ਸਾਰਿਆਂ ਦੇ ਲਈ। ਜਿਵੇਂ ਟਾਈਮ ਦੇ ਲਈ ਟ੍ਰਿਕ ਹੈਗੀ ਹੈ, ਸੇਮ ਉਦਾਂ ਹੀ ਵਰਕ ਦੇ ਲਈ ਵੀ ਟ੍ਰਿਕ ਜ਼ਰੂਰ ਹੈਗੀ ਹੈ। ਹੁਣ ਕੰਮ ਕਿੰਨਾ ਕੁ ਹੋਇਆ ਹੈ ਇਸ ਬਾਰੇ ਪਤਾ ਲਗਵਾਉਣ ਦੇ ਲਈ ਸਭ ਤੋਂ ਵੱਧ ਜ਼ਰੂਰੀ ਇਹ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਸੈਂਟੈਂਸ ਦੇ ਅੰਦਰ ਵਰਬ ਯੂਜ਼ ਕਿੱਥੇ ਹੋਇਆ ਹੈ। ਐਗਜ਼ਾਮਪਲ ਨਾਲ ਸਮਝਦੇ ਹਾਂ ਦੋਸਤੋ। ਐਗਜ਼ਾਮਪਲ ਅਸੀਂ ਪਹਿਲਾਂ ਲਈ ਸੀਗੀ I am talking with you। ਇੱਥੇ talk ਇੱਕ ਵਰਬ ਹੈਗਾ ਹੈ, ਮਤਲਬ ਮੈਂ ਕੰਮ ਕੀ ਕਰ ਰਹੀ ਹਾਂ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤੇ ਗੱਲ ਕਰਨਾ ਇੱਕ ਕੰਮ ਹੈ। ਹੁਣ ਸਾਨੂੰ ਸਭ ਨੂੰ ਇਹ ਗੱਲ ਪਤਾ ਹੈ ਕਿ ਕਿਸੇ ਵੀ ਵਰਬ ਦੀਆਂ 3 ਫਾਰਮਸ ਹੁੰਦੀਆਂ ਨੇ, ਵਰਬ ਦੀ ਫਰਸਟ ਫਾਰਮ, ਸੈਕੰਡ ਫਾਰਮ ਤੇ ਥਰਡ ਫਾਰਮ। ਇੱਥੋਂ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਟੈਂਸਿਸ ਦੇ ਅੰਦਰ ਵਰਬਸ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਤੁਸੀਂ ਸਾਰੇ ਬਾਲਾ ਘਬਰਾ ਨਾ ਜਾਇਓ, ਵਰਬਸ ਨੂੰ ਯਾਦ ਕਰਨਾ ਬਹੁਤ ਸੌਖਾ ਹੁੰਦਾ ਹੈ। ਮੈਂ ਸ਼ੁਰੂਆਤ ਦੇ ਲਈ ਇੱਕ ਛੋਟੀ ਜਿਹੀ ਲਿਸਟ ਨਾਲ ਟੈਗ ਕਰ ਰਹੀ ਹਾਂ
ਇੱਥੋਂ ਦੀ ਤੁਸੀਂ ਵਰਬਸ ਦੀਆਂ ਫਾਰਮਸ ਯਾਦ ਕਰ ਸਕਦੇ ਹੋ। ਐਗਜ਼ਾਮਪਲ ਦੇ ਤੌਰ ਤੇ ਫਰਸਟ ਫਾਰਮ ਟੇਕ, ਸੈਕੰਡ ਫਾਰਮ ਟੁਕ, ਥਰਡ ਫਾਰਮ ਟੇਕਨ। ਸਾਰੀ ਟ੍ਰਿਕ ਇੱਥੇ ਹੀ ਹੈ ਮੇਰੇ ਦੋਸਤੋ। ਤੁਸੀਂ ਵਰਬ ਦੀ ਫਰਸਟ, ਸੈਕੰਡ ਜਾਂ ਫਿਰ ਥਰਡ ਫਾਰਮ ਦੇ ਨਾਲ ਇਹੀ ਪਛਾਣਨਾ ਹੈ ਕਿ ਕੰਮ ਕਿੰਨਾ ਕੁ ਹੋ ਗਿਆ ਹੈ। ਅੱਜ ਤੋਂ ਬਾਅਦ ਕਿਸੇ ਵੀ ਸੈਂਟੈਂਸ ਦੇ ਅੰਦਰ ਜਦੋਂ ਤੁਸੀਂ ਵਰਬ ਦੀ ਫਰਸਟ ਫਾਰਮ ਦੇਖੋਗੇ ਤਾਂ ਉਸੇ ਵੇਲੇ ਸਮਝ ਜਾਇਓ ਕਿ ਇਸ ਸੈਂਟੈਂਸ ਦੇ ਅੰਦਰ ਕੰਮ ਹਜੇ ਇਨਡੈਫੀਨਿਟ ਹੈ। ਹੁਣ ਆ ਗਈ ਐਗਜ਼ਾਮਪਲ ਦੀ ਗੱਲ। ਮੈਂ ਤੁਹਾਨੂੰ ਕਹਿ ਰਹੀ ਹਾਂ I am talking with you। ਇੱਥੇ talk ਮੇਰਾ ਵਰਬ ਸੀਗਾ ਤੇ ਵਰਬ ਦੇ ਨਾਲ ing ਲੱਗ ਗਿਆ, ਤੇ ਜਿੱਥੇ ਵੀ ਕਿਤੇ ਕਿਸੇ ਵਰਬ ਦੇ ਨਾਲ ing ਲੱਗ ਜਾਵੇ ਉੱਥੇ ਹੀ ਸਮਝ ਲਿਓ ਕਿ ਕੰਮ ਹਾਲੇ ਚੱਲ ਰਿਹਾ ਹੈ। ਚੱਲਦੇ ਹੋਏ ਕੰਮ ਦਾ ਮਤਲਬ ਹੋਇਆ ਕਿ ਇਹ ਕੰਟੀਨਿਊਅਸ ਟੈਂਸ ਹੈ। ਹੁਣ ਗੱਲ ਆ ਗਈ ਜਦੋਂ ਮੇਨ ਵਰਬ ਦੀ ਥਰਡ ਫਾਰਮ ਇਸਤੇਮਾਲ ਹੋਵੇ। ਜਦੋਂ ਕਦੇ ਕਿਸੇ ਵੀ ਕੰਮ ਦੇ ਅੰਦਰ ਥਰਡ ਫਾਰਮ ਇਸਤੇਮਾਲ ਹੋਵੇ ਤਾਂ ਵੈਸੇ ਹੀ ਸਮਝ ਜਾਇਓ ਕਿ ਕੰਮ ਪੂਰਾ ਹੋ ਚੁੱਕਿਆ ਹੈ। ਮਤਲਬ ਇੱਥੋਂ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਕੰਮ ਹੈ ਉਹ ਪਰਫੈਕਟਲੀ ਪੂਰਾ ਹੋ ਗਿਆ। ਇਹ ਕਿਹੜਾ ਟੈਂਸ ਹੋਇਆ ਫਿਰ? ਪਰਫੈਕਟ ਟੈਂਸ। ਜਿੰਨਾ ਵੀ ਹੁਣ ਤੱਕ ਅਸੀਂ ਸਾਰਿਆਂ ਨੇ ਸਿੱਖਿਆ ਹੈ ਅਸੀਂ ਉਸ ਦੀ ਰਿਵੀਜ਼ਨ ਕਰ ਲੈਂਦੇ ਹਾਂ। ਰਿਵੀਜ਼ਨ ਕਰਨ ਦੇ ਨਾਲ ਸਾਡਾ ਬੇਸ ਸਟਰੋਂਗ ਹੋ ਜਾਂਦਾ ਹੈ, ਤੇ ਜਦ ਵੀ ਅਸੀਂ ਰਿਵੀਜ਼ਨ ਕਰ ਲੈਂਦੇ ਹਾਂ ਸਾਨੂੰ ਆਪਣੇ ਆਪ ਦੇ ਉੱਤੇ ਪੂਰਾ ਪੱਕਾ ਭਰੋਸਾ ਹੋ ਜਾਂਦਾ ਹੈ ਕਿ ਸਾਨੂੰ ਕੋਈ ਚੀਜ਼ ਅੱਛੀ ਤਰ੍ਹਾਂ ਯਾਦ ਹੋ ਗਈ ਹੈ। ਸਭ ਤੋਂ ਪਹਿਲੀ ਗੱਲ, ਸਾਨੂੰ ਅੱਜ ਇਹ ਪਤਾ ਲੱਗ ਗਿਆ ਕਿ ਟੈਂਸ ਦਾ ਮਤਲਬ ਟਾਈਮ ਨਹੀਂ ਹੁੰਦਾ। ਮੈਂ ਫੇਰ ਤੋਂ ਦੱਸ ਰਹੀ ਹਾਂ ਮੇਰੇ ਪਿਆਰੇ ਦੋਸਤੋ, ਟੈਂਸ ਦਾ ਮਤਲਬ ਸਿਰਫ ਟਾਈਮ ਨਹੀਂ ਹੁੰਦਾ। ਮੇਰੀਆਂ ਬੋਲੀਆਂ ਹੋਈਆਂ ਇਹਨਾਂ ਗੱਲਾਂ ਦੇ ਨੋਟਸ ਬਣਾ ਲਿਓ। ਪਹਿਲੀ ਵਾਰੀ ਸਿਖਾਏ ਨੇ ਸਮਰੀ ਨੇ ਟੈਂਸਸ। ਥੱਲੇ ਬ੍ਰੈਕਟ ਦੇ ਅੰਦਰ ਆਹ ਵੀ ਲਿਖ ਦਿਓ ਕਿ ਹੁਣ ਸਾਨੂੰ ਟੈਂਸਸ ਦੇ ਅੰਦਰ ਕਦੇ ਕੋਈ ਵੀ ਮਾਤ ਨਹੀਂ ਦੇ ਸਕਦਾ, ਮਤਲਬ ਸਾਨੂੰ ਹਰਾ ਨਹੀਂ ਸਕਦਾ। ਫਿਰ ਅਸੀਂ ਪੜਿਆ ਕਿ ਟਾਈਮ ਕਿੰਨੇ ਤਰੀਕਿਆਂ ਦਾ ਹੁੰਦਾ ਹੈ। ਟਾਈਮ ਸਿਰਫ 3 ਹੀ ਤਰੀਕਿਆਂ ਦਾ ਹੁੰਦਾ ਹੈ, ਪਾਸਟ, ਪ੍ਰੈਜ਼ੈਂਟ ਤੇ ਫਿਊਚਰ। ਇਸ ਤੋਂ ਬਾਅਦ ਅਸੀਂ ਜ਼ਰੂਰੀ ਗੱਲ ਆਹ ਯਾਦ ਰੱਖਣੀ ਹੈ ਕਿ ਕੋਈ ਵੀ ਕੰਮ, ਮਤਲਬ ਕੋਈ ਮਰਜ਼ੀ ਕੰਮ ਯਾਰ, ਉਹ ਕੁਝ ਵੀ ਹੋ ਸਕਦਾ ਹੈ। ਕਿੰਨਾ ਕੁ ਹੋ ਗਿਆ ਮਤਲਬ ਹਜੇ ਸ਼ੁਰੂ ਕੀਤਾ ਹੈ ਜਾਂ ਪੂਰਾ ਖਤਮ ਹੋ ਗਿਆ ਜਾਂ ਫਿਰ ਉਹ ਕੰਮ ਖਤਮ ਹੋਣ ਵਾਲਾ ਹੈ। ਜਦੋਂ ਹੀ ਸਾਨੂੰ ਆਹ ਪਤਾ ਲੱਗ ਜਾਂਦਾ ਹੈ ਕਿ ਕੰਮ ਕਿੰਨਾ ਕੁ ਹੋਇਆ ਹੈ, ਨਾਲ ਦੀ ਨਾਲ ਹੀ ਸਾਡੇ ਦਿਮਾਗ ਵਿੱਚ ਇਹ ਗੱਲ ਆ ਜਾਣੀ ਚਾਹੀਦੀ ਹੈ ਕਿ ਉਹ ਕਿਹੜੇ ਟਾਈਮ ਬਾਰੇ ਗੱਲ ਹੋ ਰਹੀ ਹੈ। ਮਤਲਬ ਕਿ ਉਹ ਬੀਤ ਗਏ ਟਾਈਮ ਬਾਰੇ ਗੱਲ ਹੋ ਰਹੀ ਹੈ ਜਾਂ ਅੱਜ ਦੀ ਗੱਲ ਹੋ ਰਹੀ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੀ ਗੱਲ ਹੋ ਰਹੀ ਹੈ। ਸਾਨੂੰ ਇਹ ਪਤਾ ਲੱਗ ਗਿਆ ਕਿ ਟੈਂਸਸ 2 ਚੀਜ਼ਾਂ ਨਾਲ ਬਣਦੇ ਨੇ, ਟਾਈਮ ਪਲੱਸ ਵਰਕ। ਬਾਲਾ ਸਿਰ ਖਪਾਉਣ ਤੋਂ ਬਾਅਦ 'ਚ ਪਤਾ ਲੱਗ ਹੀ ਗਿਆ ਹੈ ਸਾਨੂੰ ਕਿ ਵਰਕ ਸਿਰਫ ਔਰ ਸਿਰਫ 4 ਹੀ ਤਰੀਕਿਆਂ ਦੇ ਹੁੰਦੇ ਨੇ। ਜਿਵੇਂ ਟਾਈਮ ਸਿਰਫ 3 ਤਰੀਕਿਆਂ ਦਾ ਹੈ, ਵਰਕ ਸਿਰਫ 4 ਤਰੀਕਿਆਂ ਦਾ ਹੈ। ਪਹਿਲਾ ਵਰਕ ਪਰਫੈਕਟ, ਦੂਸਰਾ ਵਰਕ ਇਨਡੈਫੀਨਿਟ, ਤੀਸਰਾ ਵਰਕ ਕੰਟੀਨਿਊਅਸ ਤੇ ਚੌਥਾ ਵਰਕ ਪਰਫੈਕਟ ਕੰਟੀਨਿਊਅਸ। ਇਸ ਤੋਂ ਬਾਅਦ ਅਸੀਂ ਸਿੱਖਿਆ ਕਿ ਟੈਂਸਸ ਕਿੰਨੇ ਟਾਈਪ ਦੇ ਨੇ। ਇਹ ਸਿੱਖਣ ਦੇ ਲਈ ਅਸੀਂ ਇੱਕ ਟ੍ਰਿਕ ਯੂਜ਼ ਕਰ ਲਿੱਤੀ। ਅਸੀਂ ਟਾਈਮ ਤੇ ਵਰਕ ਨੂੰ ਆਪਸ ਦੇ ਵਿੱਚ ਕੰਬਾਈਨ ਕਰ ਦਿੱਤਾ। ਇਸ ਦੇ ਨਾਲ ਸਾਨੂੰ ਬਹੁਤ ਆਸਾਨੀ ਦੇ ਨਾਲ ਪਤਾ ਲੱਗ ਗਿਆ ਕਿ ਸਾਡੇ ਕੋਲ ਸਿਰਫ 12 ਹੀ ਤਰੀਕਿਆਂ ਦੇ ਟੈਂਸਸ ਨੇ। ਫਿਰ ਅਸੀਂ ਸਿੱਖੀ ਬਹੁਤ ਹੀ ਜ਼ਿਆਦਾ ਕਨਸੈਂਟਰੇਸ਼ਨ ਵਾਲੀ ਗੱਲ ਕਿ ਆਖਿਰਕਾਰ ਕਿਸੇ ਸੈਂਟੈਂਸ ਦੇ ਅੰਦਰ ਟੈਂਸ ਨੂੰ ਪਛਾਣਨਾ ਕਿਵੇਂ ਹੈ, ਕਿ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਕਿਹੜਾ ਇਨਸਾਨ ਕਿਹੜੇ ਵੇਲੇ ਦੀ ਗੱਲ ਕਰੀ ਜਾਂਦਾ ਹੈ। ਉਦੋਂ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਸਾਡੇ ਹੈਲਪਿੰਗ ਵਰਬਸ। ਹੈਲਪਿੰਗ ਵਰਬਸ ਪ੍ਰੈਜ਼ੈਂਟ, ਪਾਸਟ ਤੇ ਫਿਊਚਰ ਦੇ ਲਈ ਅਲੱਗ-ਅਲੱਗ ਹੁੰਦੇ ਨੇ। ਪ੍ਰੈਜ਼ੈਂਟ ਦੇ ਲਈ ਹੈਲਪਿੰਗ ਵਰਬਸ ਹੈਗੇ ਨੇ do, does, is, am, are, has, have। ਤੇ ਇਸੇ ਤਰੀਕੇ ਦੇ ਨਾਲ ਪਾਸਟ ਦੇ ਲਈ ਹੈਲਪਿੰਗ ਵਰਬਸ ਹੈਗੇ ਨੇ did, was, were ਤੇ had। ਤੇ ਫਿਊਚਰ ਤੇ ਬੜਾ ਹੀ ਸੌਖਾ ਹੈ will, shall, pass। ਹੈਲਪਿੰਗ ਵਰਬਸ ਨੂੰ ਯਾਦ ਕਰ ਲਓ ਤੇ ਸਾਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਵੇਲੇ ਦੀ ਗੱਲ ਹੋ ਰਹੀ ਹੈ, ਮਤਲਬ ਟਾਈਮ ਕਿਹੜਾ ਹੈ। ਫਿਰ ਅਸੀਂ ਆਹ ਵੀ ਸਿੱਖਿਆ ਸੀਗਾ ਕਿ ਵਰਕ ਦਾ ਮਤਲਬ ਵਰਬ ਹੁੰਦਾ ਹੈ।
ਤੇ ਨਾਲ ਹੀ ਉਹਨੂੰ ਪੰਜਾਬੀ ਦੇ ਵਿੱਚ ਅਸੀਂ ਕਿਰਿਆ ਕਹਿੰਦੇ ਹਾਂ। ਵਰਕ ਤੇ ਵਰਬ ਇੱਕੋ ਚੀਜ਼ ਹੁੰਦੇ ਨੇ। ਮੈਂ ਫੇਰ ਦੁਬਾਰਾ ਦੱਸ ਰਹੀ ਹਾਂ, ਵਰਬ 3 ਤਰੀਕਿਆਂ ਦਾ ਹੁੰਦਾ ਹੈ, ਫਰਸਟ ਫਾਰਮ, ਸੈਕਿੰਡ ਫਾਰਮ ਤੇ ਥਰਡ ਫਾਰਮ। ਮੈਂ ਤੁਹਾਨੂੰ ਇੱਕ ਲਿਸਟ ਵੀ ਪ੍ਰੋਵਾਈਡ ਕੀਤੀ ਹੈ ਜਿਸ ਦੇ ਨਾਲ ਤੁਸੀਂ ਵਰਬਸ ਨੂੰ ਯਾਦ ਕਰ ਸਕਦੇ ਹੋ। ਰੱਟਾ ਮਾਰਨ ਦੀ ਇਹਨਾਂ ਨੂੰ ਵੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ, ਟਾਈਮ ਦੇ ਨਾਲ ਨਾਲ ਆਪੇ ਹੀ ਆ ਜਾਂਦੇ ਨੇ, ਪਰ ਸਟਾਰਟਿੰਗ ਦੇ ਲਈ ਉਸ ਲਿਸਟ ਨੂੰ ਯਾਦ ਕਰ ਲਓ। ਵਰਬ ਦੇ ਬਾਰੇ ਸਿੱਖਣਾ ਤਾਂ ਕਰਕੇ ਜ਼ਰੂਰੀ ਹੈ ਕਿਉਂਕਿ ਵਰਬਸ ਦੇ ਨਾਲ ਸਾਨੂੰ ਆਹ ਪਹਿਚਾਣ ਹੁੰਦੀ ਹੈ ਕਿ ਕਿਹੜਾ ਕੰਮ ਕਿੰਨਾ ਕੁ ਹੋ ਚੁੱਕਿਆ ਹੈ, ਮਤਲਬ ਕਿ ਉਹ ਕੰਮ ਪੂਰਾ ਖਤਮ ਹੋ ਗਿਆ ਹੈ, ਵਿੱਚ ਵਿਚਾਲੇ ਹੈਗਾ ਹੈ, ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਖਤਮ ਹੋ ਜਾਊਗਾ, ਜਾਂ ਫਿਰ ਹਲੇ ਵੀ ਉਹ ਕੰਮ ਚੱਲ ਰਿਹਾ ਹੈ। ਵਰਬ ਦੀ ਫਾਰਮਸ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੰਮ ਕਿੰਨਾ ਕੁ ਹੋਇਆ ਹੈ। ਜੇ ਤਾਂ ਵਰਬ ਦੀ ਫਰਸਟ ਫਾਰਮ ਯੂਜ਼ ਹੋਈ ਹੈ ਤਾਂ ਸਮਝ ਲਿਓ ਉਸੇ ਵੇਲੇ ਕਿ ਕੰਮ ਹਜੇ ਇਨਡੈਫੀਨੇਟ ਹੈ। ਇਨਡੈਫੀਨੇਟ ਮਤਲਬ ਕਿ ਸਾਨੂੰ ਨਹੀਂ ਪਤਾ ਹਜੇ ਕੰਮ ਕਿੰਨਾ ਕੁ ਹੋਇਆ ਹੈ। ਸਹੀ ਤਰੀਕੇ ਦੇ ਨਾਲ ਸਮਝਣ ਦੇ ਲਈ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਦੋਸਤੋ। ਸਮਰੀ ਥਿੰਕਸ ਫਲਾਵਰਸ ਆਰ ਬਿਊਟੀਫੁਲ। ਇਸ ਸੈਂਟੈਂਸ ਦੇ ਅੰਦਰ ਸਮਰੀ ਕੰਮ ਕੀ ਕਰ ਰਹੀ ਹੈ? ਸਮਰੀ ਸੋਚ ਰਹੀ ਹੈ। ਪਰ ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਸਮਰੀ ਕਿੰਨੀ ਕੁ ਦੇਰ ਤੋਂ ਸੋਚ ਰਹੀ ਹੈ? ਹੋ ਸਕਦਾ ਹੈ ਸਮਰੀ ਕੱਲ ਦੀ ਸੋਚ ਰਹੀ ਹੋਵੇ, ਹੋ ਸਕਦਾ ਹੈ ਸਮਰੀ 10 ਸਾਲਾਂ ਤੋਂ ਆਹੀ ਸੋਚਦੀ ਹੋਵੇ। ਇਸ ਐਗਜ਼ਾਮਪਲ ਦੇ ਨਾਲ ਸਾਨੂੰ ਇਹ ਸਮਝ ਆ ਰਿਹਾ ਹੈ ਕਿ ਜਦ ਵੀ ਸਾਨੂੰ ਵਕਤ ਦਾ ਕੋਈ ਅੰਦਾਜ਼ਾ ਨਾ ਲੱਗੇ ਉਸ ਵੇਲੇ ਅਸੀਂ ਵਰਬ ਦੀ ਫਰਸਟ ਫਾਰਮ ਯੂਜ਼ ਕਰਨੀ ਹੈ ਤੇ ਉਹ ਸੈਂਟੈਂਸ ਇਨਡੈਫੀਨਿਟ ਕਹਿਲਾਵੇਗਾ। ਇਸ ਤੋਂ ਬਾਅਦ ਅਸੀਂ ਸਿੱਖਿਆ ਕਿ ਵਰਬ ਦੇ ਨਾਲ ਜਦੋਂ ing ਲੱਗਿਆ ਹੋਵੇ, ਜਿਵੇਂ ਕਿ sleeping, eating, traveling, fighting, ਉਸੇ ਵੇਲੇ ਸਮਝ ਜਾਇਓ ਕਿ ਕੰਮ ਹਾਲੇ ਹੋ ਰਿਹਾ ਹੈ, ਮਤਲਬ ਕਿ ਕੰਮ ਦਾ ਟਾਈਪ ਹੈ continuous। ਐਗਜ਼ਾਮਪਲ ਦੇ ਨਾਲ ਸਮਝ ਲੈਂਦੇ ਹਾਂ। ਸਮਰੀ was riding a bike। ਕੰਮ ਕੀ ਹੋ ਰਿਹਾ ਸੀਗਾ ਇੱਥੇ? ਵਰਬ ਕੀ ਇਸਤੇਮਾਲ ਹੋਇਆ? ਵਰਬ ਇਸਤੇਮਾਲ ਹੋਇਆ ride, RIDE। ਰਾਈਡ ਦੇ ਨਾਲ ing ਲੱਗ ਗਿਆ, ਮਤਲਬ ਅਸੀਂ ਕੰਟੀਨਿਊਅਸ ਵਰਕ ਦੀ ਗੱਲ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਸਿੱਖਿਆ ਸੀਗਾ ਕਿ ਵਰਕ ਪਰਫੈਕਟ ਕਦੋਂ ਕਹਿਲਾਵੇਗਾ। ਵਰਕ ਹਮੇਸ਼ਾ ਪਰਫੈਕਟ ਉਦੋਂ ਕਹਿਲਾਵੇਗਾ ਜਦੋਂ ਵਰਕ ਦੀ ਥਰਡ ਫਾਰਮ ਯੂਜ਼ ਕੀਤੀ ਜਾਏਗੀ, ਮਤਲਬ ਵਰਬ ਦੀ ਥਰਡ ਫਾਰਮ ਯੂਜ਼ ਕੀਤੀ ਜਾਏਗੀ। ਐਗਜ਼ਾਮਪਲ ਦੇ ਨਾਲ ਸਮਝ ਲੈਂਦੇ ਹਾਂ। ਸਮਰੀ had gone to the movies। go first form, went second form, gone third form। ਸੈਂਟੈਂਸ ਦਾ ਮਤਲਬ ਹੈ ਸਮਰੀ ਮੂਵੀ ਦੇਖਣ ਦੇ ਲਈ ਜਾ ਚੁੱਕੀ ਹੈ। ਹੁਣ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਸਮਰੀ ਬਾਲੀ ਚਲਾਕ ਬਣੀ ਜਾਨੀ ਹੈ ਤੂੰ, ਆਖਰੀ ਵਰਕ ਟਾਈਪ ਦੇ ਬਾਰੇ ਤਾਂ ਗੱਲ ਕੀਤੀ ਹੀ ਨਹੀਂ ਤੂੰ। ਆਖਰੀ ਵਰਕ ਟਾਈਪ ਹੈਗਾ ਹੈ ਸਾਡਾ ਪਰਫੈਕਟ ਕੰਟੀਨਿਊਅਸ। ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹੋ ਜਿਹਾ ਕੋਈ ਕੰਮ ਵੈਸੇ ਹੁੰਦਾ ਨਹੀਂ ਹੈ। ਦੇਖਿਆ ਜਾਏ ਤੇ ਐਵੇਂ ਕੀ ਕੰਮ ਹੋ ਸਕਦਾ ਹੈ, ਸੋਚ ਕੇ ਦੇਖੋ, ਜਿਹੜਾ ਆਲਰੇਡੀ ਪਰਫੈਕਟ ਹੋ ਚੁੱਕਿਆ ਹੋਵੇ ਪਰ ਉਹ ਹਾਲੇ ਚੱਲ ਵੀ ਰਿਹਾ ਹੋਵੇ। ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਕੰਮ ਹੁੰਦੇ ਨੇ, ਜਿਵੇਂ ਕਿ ਮੰਨ ਲੈਂਦੇ ਹਾਂ ਮੈਂ ਕੱਲ ਬਿਮਾਰ ਸੀ ਤੇ ਮੈਂ ਅੱਜ ਵੀ ਬਿਮਾਰ ਹਾਂ ਤੇ ਹੋ ਸਕਦਾ ਹੈ ਮੈਂ ਕੱਲ ਨੂੰ ਵੀ ਬਿਮਾਰ ਹੋਊਂਗੀ। ਪਰਫੈਕਟ ਕੰਟੀਨਿਊਅਸ ਕੰਮ ਦੇ ਅੰਦਰ ਇੰਗਲਿਸ਼ ਦੇ ਵਿੱਚ ਜ਼ਿਆਦਾਤਰ 2 ਵਰਡਸ ਦੇ ਨਾਲ ਪਹਿਚਾਨ ਕੀਤੀ ਜਾ ਸਕਦੀ ਹੈ, ਰੀਸੈਂਟਲੀ ਜਾਂ ਫਿਰ ਲੇਟਲੀ। ਲੇਟਲੀ ਵਰਡ ਦਾ ਮਤਲਬ ਮੈਂ ਨਹੀਂ ਦੱਸੂਗੀ, ਹੁਣ ਮੈਂ ਵੀਡੀਓ ਬਣਾਈ ਹੋਈ ਹੈ, ਵੀਡੀਓ ਵਿੱਚ ਜਾ ਕੇ ਦੇਖ ਲਿਓ, ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਦੇ ਅੰਦਰ ਦਿੱਤਾ ਹੋਇਆ ਹੈ। ਇੱਕ ਹੋਰ ਗੱਲ, ਹੁਣ ਬਿਲਕੁਲ ਵੀ ਇਦਾਂ ਨਹੀਂ ਹੁੰਦਾ ਕਿ ਹਮੇਸ਼ਾ ਹੀ ਰੀਸੈਂਟਲੀ ਤੇ ਲੇਟਲੀ ਯੂਜ਼ ਕੀਤਾ ਹੋਵੇਗਾ ਸੈਂਟੈਂਸਸ ਦੇ ਅੰਦਰ। ਥੋੜਾ ਬਹੁਤਾ ਦਿਮਾਗ ਤਾਂ ਲਗਾਉਣਾ ਹੀ ਪੈਣਾ ਹੈ। ਜਿਵੇਂ ਕਿ ਮੰਨ ਲੈਂਦੇ ਹਾਂ 2 ਸਾਲ ਪਹਿਲਾਂ ਮੈਂ ਕੋਈ ਕਾਰ ਖਰੀਦੀ ਸੀ। 2 ਸਾਲ ਪਹਿਲਾਂ ਵੀ ਮੈਂ ਉਸ ਕਾਰ ਦੀ ਓਨਰ ਹੋਈ। ਅੱਜ ਦੇ ਤਰੀਕ ਦੇ ਵਿੱਚ ਵੀ ਮੈਂ ਉਸ ਕਾਰ ਨੂੰ ਯੂਜ਼ ਕਰਦੀ ਹਾਂ ਤੇ ਓਨਰ ਤੇ ਭਲਾ ਅੱਜ ਵੀ ਮੈਂ ਹੀ ਹੋਈ ਨਾ। ਤੇ ਮੇਰੀ ਸਲਾਹ ਹੈਗੀ ਹੈ ਕਿ ਮੈਂ ਅਗਲੇ 5 ਸਾਲਾਂ ਤੱਕ ਉਹੀ ਕਾਰ ਯੂਜ਼ ਕਰਨੀ ਹੈ। ਫਿਰ ਅਗਲੇ 5 ਸਾਲਾਂ ਤੱਕ ਵੀ ਤਾਂ ਮੈਂ ਹੀ ਉਹਦੀ ਓਨਰ ਰਹੂੰਗੀ।
ਇਹਦਾ ਮਤਲਬ ਕੋਈ ਕੰਮ ਜਿਹੜਾ ਕਿ ਕਿਸੇ ਵੇਲੇ ਦੇ ਅੰਦਰ ਪਰਫੈਕਟ ਹੋ ਗਿਆ ਹੋਵੇ ਪਰ ਉਹ ਹਾਲੇ ਵੀ ਚੱਲ ਰਿਹਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਪਰਫੈਕਟ ਕੰਟੀਨਿਊਅਸ। ਪਰਫੈਕਟ ਕੰਟੀਨਿਊਅਸ ਸੈਂਟੈਂਸਸ ਦੇ ਅੰਦਰ have been, had been, has been, will be ਇਹ ਵਰਡਸ ਯੂਜ਼ ਕੀਤੇ ਜਾਂਦੇ ਨੇ। ਮਤਲਬ been ਯੂਜ਼ ਕੀਤਾ ਜਾਂਦਾ ਹੈ ਇੱਥੇ। ਕੀ ਯੂਜ਼ ਕੀਤਾ ਜਾਂਦਾ ਹੈ? been। ਤੇ ਵਰਬ ਦੇ ਨਾਲ ਮਤਲਬ ਕੰਮ ਦੇ ਨਾਲ ing ਲੱਗਦਾ ਹੈ, ਕਿਉਂਕਿ ing ਉੱਥੇ ਲੱਗਦਾ ਹੈ ਜਿੱਥੇ ਕੋਈ ਕੰਮ ਕੰਟੀਨਿਊਟੀ ਦੇ ਅੰਦਰ ਚੱਲ ਰਿਹਾ ਹੁੰਦਾ ਹੈ। ਹੁਣ ਤਾਂ ਕਦੇ ਨਹੀਂ ਭੁੱਲੂਗੇ ਨਾ ਆਹ ਬੇਸਿਕ ਜਿਹੀਆਂ ਗੱਲਾਂ। ਹੁਣ ਇਹਨਾਂ ਬੇਸਿਕ ਜਿਹੀਆਂ ਗੱਲਾਂ ਨੂੰ ਦਿਲ ਨਾਲ ਯਾਦ ਕਰ ਲਓ। ਇਸ ਦੇ ਨਾਲ ਤੁਸੀਂ ਲਾਈਫ ਟਾਈਮ ਕਦੇ ਵੀ ਟੈਂਸਿਸ ਦੇ ਅੰਦਰ ਹੁਣ ਕੋਈ ਗੜਬੜੀ ਨਹੀਂ ਕਰੋਗੇ। ਹੁਣ ਅਸੀਂ ਆਪਣੀ ਟੈਂਸਿਸ ਦੀ ਕਹਾਣੀ ਨੂੰ ਹੋਰ ਅੱਗੇ ਵਧਾਉਂਦੇ ਹਾਂ ਤੇ ਟੈਂਸਿਸ ਨੂੰ ਇਸ ਤੋਂ ਵੀ ਜ਼ਿਆਦਾ ਡਿਟੇਲ ਦੇ ਅੰਦਰ ਸਮਝਦੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਹੁਣ ਤੱਕ ਤੁਹਾਨੂੰ ਟੈਂਸਿਸ ਸਿੱਖਦੇ ਹੋਏ ਬਿਲਕੁਲ ਵੀ ਬੋਰਿੰਗ ਨਹੀਂ ਲੱਗਿਆ ਹੋਵੇਗਾ। ਜੇ ਬੋਰਿੰਗ ਨਹੀਂ ਲੱਗਿਆ ਤੇ ਐਦਾਂ ਕਰੋ, ਕੋਈ ਸੋਹਣਾ ਜਿਹਾ ਕਮੈਂਟ ਵੀ ਕਰ ਦਿਓ। ਆਹੀ ਲਿਖ ਦੋ ਕਿ ਸਮਰੀ ਆਈ ਲਵ ਯੂ ਯਾਰ। ਅੱਛਾ ਚਲੋ ਬਹੁਤ ਹੋ ਗਈਆਂ ਹਾਸੀਆਂ ਖੇਡੀਆਂ, ਚਲੋ ਅੱਗੇ ਪੜ੍ਹੀਏ। ਹਾਂ ਬਈ, ਪਤਾ ਲੱਗ ਗਿਆ ਨਾ ਹੁਣ ਸਾਰਿਆਂ ਨੂੰ ਕਿ ਟੈਂਸਿਸ 12 ਤਰੀਕਿਆਂ ਦੇ ਹੈਗੇ ਨੇ, ਮਤਲਬ 12 ਹੀ ਤਰੀਕਿਆਂ ਦੇ ਹੈਗੇ ਨੇ। ਹੁਣ ਅਸੀਂ ਇਹਨਾਂ ਦੀ ਡਿਟੇਲਸ ਪੜ੍ਹਨੀਆਂ ਨੇ। ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦੇ ਅੰਦਰ 4 ਟਾਈਪਸ ਹੁੰਦੀਆਂ ਨੇ, ਅਫਰਮੇਟਿਵ, ਨੈਗੇਟਿਵ, ਇੰਟਰੋਗੇਟਿਵ ਐਂਡ ਡਬਲ ਇੰਟਰੋਗੇਟਿਵ। ਠੀਕ ਇਦਾਂ ਹੀ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ ਦੇ ਅੰਦਰ 4 ਟਾਈਪਸ ਹੁੰਦੀਆਂ ਨੇ, ਅਫਰਮੇਟਿਵ, ਨੈਗੇਟਿਵ, ਇੰਟਰੋਗੇਟਿਵ ਤੇ ਡਬਲ ਇੰਟਰੋਗੇਟਿਵ। ਠੀਕ ਇਸੇ ਤਰੀਕੇ ਦੇ ਨਾਲ ਹੀ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਅੰਦਰ ਵੀ 4 ਟਾਈਪਸ ਤੇ ਉਸ ਤੋਂ ਬਾਅਦ ਆਖਰੀ ਹੈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਦੀਆਂ ਵੀ 4 ਟਾਈਪਸ, ਅਫਰਮੇਟਿਵ, ਨੈਗੇਟਿਵ, ਇੰਟਰੋਗੇਟਿਵ ਤੇ ਡਬਲ ਇੰਟਰੋਗੇਟਿਵ। ਮੋਟੀ ਜਿਹੀ ਗੱਲ ਇਦਾਂ ਸਿੱਖ ਲਓ ਕਿ ਪ੍ਰੈਜ਼ੈਂਟ ਇੰਡੈਫੀਨਿਟ, ਪ੍ਰੈਜ਼ੈਂਟ ਕੰਟੀਨਿਊਅਸ, ਪ੍ਰੈਜ਼ੈਂਟ ਪਰਫੈਕਟ ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਸਾਰਿਆਂ ਦੇ ਅੱਗੇ ਅਸੀਂ 4 ਤਰੀਕਿਆਂ ਦੇ ਸੈਂਟੈਂਸਸ ਕ੍ਰੀਏਟ ਕਰਨੇ ਸਿੱਖਾਂਗੇ। ਮੈਨੂੰ ਪਤਾ ਹੈ ਸੁਣਦੇ ਸਾਰ ਹੀ ਇਦਾਂ ਲੱਗਦਾ ਹੈ ਉਹ ਕਿੰਨੇ ਸਾਰੇ ਟੈਂਸਸ ਹੋ ਗਏ ਜਿਨ੍ਹਾਂ ਦੇ ਸਾਨੂੰ ਰੂਲਸ ਯਾਦ ਕਰਨੇ ਪੈਣੇ ਨੇ, ਪਰ ਮੈਂ ਤੁਹਾਨੂੰ ਇਹ ਚਾਰਟ ਦਿਖਾ ਰਹੀ ਹਾਂ। ਇਸ ਚਾਰਟ ਦੇ ਨਾਲ ਤੁਹਾਨੂੰ ਲੱਗੂਗਾ ਕਿ ਇਹ ਤਾਂ ਬਹੁਤ ਹੀ ਸੌਖਾ ਕੰਮ ਹੈ। ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ, ਆਰਾਮ ਦੇ ਨਾਲ ਇਸ ਚਾਰਟ ਦੇ ਉੱਤੇ ਨਿਗਾਹ ਮਾਰ ਲਓ। ਹੁਣ ਅਸੀਂ ਅਫਰਮੇਟਿਵ, ਨੈਗੇਟਿਵ, ਇੰਟਰੋਗੇਟਿਵ ਤੇ ਡਬਲ ਇੰਟਰੋਗੇਟਿਵ ਦਾ ਮਤਲਬ ਸਿੱਖ ਲੈਂਦੇ ਹਾਂ। ਪੰਜਾਬੀ ਦੇ ਵਿੱਚ ਅਫਰਮੇਟਿਵ ਵਰਡ ਦਾ ਮਤਲਬ ਹੁੰਦਾ ਹੈ ਸਕਾਰਾਤਮਕ। ਸਕਾਰਾਤਮਕ ਮਤਲਬ ਜਦੋਂ ਅਸੀਂ ਕਿਸੇ ਗੱਲ ਦਾ ਜਵਾਬ ਹਾਂ ਵਿੱਚ ਦਿੰਦੇ ਹਾਂ। ਨੈਗੇਟਿਵ ਸ਼ਬਦ ਦਾ ਮਤਲਬ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ, ਉਹ ਗੱਲਾਂ ਜਿਨ੍ਹਾਂ ਦੇ ਅੰਦਰ ਅਸੀਂ ਕੋਈ ਵੀ ਜਵਾਬ ਨਾ ਦੇ ਅੰਦਰ ਦਿੰਦੇ ਹਾਂ। ਸਾਰਾ ਦਿਨ ਅਸੀਂ ਹਰੇਕ ਗੱਲ ਇੰਟਰੋਗੇਟਿਵ ਹੀ ਤਾਂ ਪੁੱਛਦੇ ਹੈਗੇ ਇੱਕ ਦੂਸਰੇ ਨੂੰ, ਮਤਲਬ ਸਵਾਲ। ਜਦੋਂ ਵੀ ਕੋਈ ਸਵਾਲ ਹੁੰਦਾ ਹੈ ਉਹਨੂੰ ਅਸੀਂ ਇੰਟਰੋਗੇਟਿਵ ਗੱਲ ਕਹਿ ਦਿੰਦੇ ਹਾਂ। ਹੁਣ ਆ ਗਈ ਡਬਲ ਇੰਟਰੋਗੇਟਿਵ ਦੀ ਗੱਲ। ਡਬਲ ਇੰਟਰੋਗੇਟਿਵ ਸੈਂਟੈਂਸਸ ਦੇ ਅੰਦਰ ਸਾਡੀ WH ਫੈਮਿਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ। WH ਫੈਮਿਲੀ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ, when, which, where, why, what। ਪਿਆਰੇ ਦੋਸਤੋ, ਹੁਣ ਬਿਨਾਂ ਕੋਈ ਦੇਰ ਕੀਤੇ ਆਪਾਂ ਇੱਕ ਰੂਲ ਸਿੱਖਦੇ ਚਲੇ ਜਾਵਾਂਗੇ ਤੇ ਇੱਕ ਸੈਂਟੈਂਸ ਬਣਾਉਂਦੇ ਚਲੇ ਜਾਵਾਂਗੇ।